ਸਟਾਰ ਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਰਸ਼ਕਾਂ ਦਾ ਪੰਜਾਬ ਸਟਾਰ ਟੀਵੀ ਤੇ ਸਟਾਰ ਟਾਕ ਦੇ ਵਿੱਚ ਸਵਾਗਤ ਹੈ ਜੀ। ਇੱਕ ਵਾਰ ਫਿਰ ਤੁਹਾਡੇ ਲਈ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਏ ਹਾਂ। ਸਟੂਡੀਓ ਵਿੱਚ ਅੱਜ ਫਿਰ ਮੇਰੇ ਨਾਲ ਹਾਜ਼ਰ ਨੇ ਹਰਕੀਰਤ ਜੀ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ। ਥੈਂਕ ਯੂ ਸਿਮਰਤ ਜੀ। ਹੋਰ ਕਿਸ ਤਰ੍ਹਾਂ ਜੀ? ਠੀਕ ਹੈ ਗਰੇਵਾਲ ਸਾਹਿਬ। ਔਰ ਜਿਹੜਾ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰ ਰਹੇ ਸੀ ਹਾਂਜੀ ਕਿ ਫਿਰ ਜਿਹੜੇ ਬਾਇਲਾਜ਼ ਦੀਆਂ ਬਰੈਂਪਟਨ ਵਿੱਚ ਧੱਜੀਆਂ ਉਡਾਈਆਂ ਗਈਆਂ ਨੇ। ਹਾਂਜੀ, ਆਪਾਂ ਉਸ ਇਸ਼ੂ ਨੂੰ ਜ਼ਰੂਰ ਆਪਾਂ ਉਹਦੇ 'ਤੇ ਅੱਜ ਗੱਲ ਕਰਨੀ ਹੈ, ਕਿਉਂਕਿ ਤੁਹਾਨੂੰ ਵੀ ਪਤਾ ਵੀ ਆ ਜਿਹੜਾ ਲੰਘਿਆ ਵੀਕਐਂਡ ਹੈ, ਕੁਝ ਦਿਨ ਪਹਿਲਾਂ ਹੀ ਇੱਕ ਖਬਰ ਆਈ ਸੀ ਬਾਹਰ ਵੀ ਕਿਸੇ ਬਰੈਂਪਟਨ ਦੇ ਵਿੱਚ ਘਰ ਦੇ ਵਿੱਚ ਤਕਰੀਬਨ 200 ਬੰਦਾ ਇਕੱਠਾ ਹੋਇਆ ਤੇ ਪਾਰਟੀ ਚੱਲ ਰਹੀ ਸੀ। ਉਸ ਤੋਂ ਬਾਅਦ ਜਿਹੜੇ ਇਨਫੋਰਸਮੈਂਟ ਆਫੀਸ਼ੀਅਲਸ ਆਏ ਉੱਥੇ ਤੇ ਪੁਲਿਸ ਸੱਦੀ ਗਈ ਤੇ ਜਿੰਨੀਆਂ ਗੱਡੀਆਂ ਸੀ, ਜਿੰਨੇ ਕੁ ਉੱਥੇ ਜਿਹੜੇ ਮਹਿਮਾਨ ਸੱਦੇ ਹੋਏ ਸੀ, ਕਿਹਾ ਜਾ ਰਿਹਾ ਵੀ ਤਕਰੀਬਨ 1-1.5 ਘੰਟਾ ਪੁਲਿਸ ਨੂੰ ਲੱਗਾ ਉਹਨਾਂ ਨੂੰ ਡਿਸਪਰਸ ਕਰਨ ਨੂੰ। ਉਸ ਤੋਂ ਬਾਅਦ ਜਿਹੜੀ ਖਬਰ ਇਹ ਕਾਫੀ ਚਰਚਾ ਦੇ ਵਿੱਚ ਰਹੀ। ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਵੱਖ-ਵੱਖ ਇਹ ਖਬਰ ਸੁਰਖੀਆਂ ਬਣੀ। ਉਸ ਤੋਂ ਬਾਅਦ ਜਿਹੜੇ ਅੰਟਾਰੀਓ ਦੇ ਪ੍ਰੀਮੀਅਰ ਨੇ ਡਗ ਫੋਰਡ, ਉਹਨਾਂ ਨੇ ਬੜੇ ਸਖਤ ਸ਼ਬਦਾਂ ਵਿੱਚ ਇਹਦੀ ਨਿੰਦਾ ਕੀਤੀ ਤੇ ਬੜੇ ਸਖਤ ਸ਼ਬਦ ਜਿਹੜੇ ਵਰਤੇ। ਉਹਨਾਂ ਨੇ ਕਿਹਾ ਵੀ ਜਿਹੜੇ ਇਸ ਪਾਰਟੀ ਵਿੱਚ ਸ਼ਾਮਲ ਸੀ ਸਾਰੇ ਯਾਹੂਜ਼ ਸੀਗੇ। ਤੇ ਦੂਸਰਾ ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਬਾਈਲਾਜ਼, ਜਿੰਨੇ ਵੀ ਧਾਰਾਵਾਂ ਨੇ, ਉਹ ਸਾਰੀਆਂ ਇਸ ਘਰ ਦੇ ਮਾਲਕ 'ਤੇ ਲੱਗਣੀਆਂ ਚਾਹੀਦੀਆਂ ਜਿਨ੍ਹਾਂ ਨੇ ਕਿ ਇਸ ਕੰਡੀਸ਼ਨ ਦੀ ਉਲੰਘਣਾ ਕੀਤੀ ਤੇ ਜਿਹੜੇ ਬਾਈਲਾਜ਼ ਦੀਆਂ ਧੱਜੀਆਂ ਉਡਾਈਆਂ। ਦੇਖੋ, ਹਾਂ ਮੈਂ ਬੜੀ ਖਬਰ ਬਾਰੇ ਪੜ੍ਹਿਆ ਵੀ ਤੇ ਇਹਦੀਆਂ ਕਾਫੀ ਕਲਿੱਪਿੰਗਸ ਵੀ ਦੇਖੀਆਂ। ਸੋ ਇਹ ਗੋਰਵੇ ਔਰ ਕੰਟਰੀ ਸਾਈਡ ਦੇ ਉੱਪਰ ਇੱਕ ਮਤਲਬ ਕਿ ਫਾਰਮ ਹਾਊਸ ਟਾਈਪ ਘਰ ਨੇ। ਹਾਂਜੀ। ਸੋ ਉੱਥੇ ਇਹ ਚੀਜ਼ ਪਾਰਟੀ ਚੱਲ ਰਹੀ ਸੀ। ਸੋ ਉਹ ਜਦ ਕਿ ਜਿਹੜਾ ਉਹਨਾਂ ਦੇ ਜਿਹੜਾ ਮਾਲਿਕ ਸੀ ਘਰ ਦਾ, ਉਹਦਾ ਕਹਿਣ ਦੇ ਮੁਤਾਬਿਕ ਤਾਂ ਇਹ 50 ਬੰਦੇ ਸੀ। ਹਾਂਜੀ। ਬਟ ਜਿੰਨੀਆਂ ਕਿ ਕਾਰਾਂ ਖੜੀਆਂ ਸੀ, ਉਹ ਮੈਨੂੰ ਨਹੀਂ ਲੱਗਦਾ ਕਿ ਉਹ 50 ਬੰਦੇ ਹੋਣਗੇ। ਮੈਨੂੰ ਤਾਂ 200-250 ਬੰਦਾ ਹੋਣਾ ਉੱਥੇ ਜ਼ਰੂਰ ਚਾਹੀਦਾ ਹੈ ਉਹਦੇ ਹਿਸਾਬ ਨਾਲ। ਸੋ ਕਿਤੇ ਨਾ ਕਿਤੇ ਦੇਖਿਆ ਜਾਵੇ, ਜਦ ਮੈਂ ਹਮੇਸ਼ਾ ਤੁਹਾਨੂੰ ਗਰੇਵਾਲ ਸਾਹਿਬ ਵੀ ਗੱਲ ਕਰਦਾ ਹੁੰਦਾ ਕਿ ਇੱਕ ਟਾਈਮ ਆਉਂਦਾ ਜਦ ਤੁਸੀਂ ਕਿਸੇ ਚੀਜ਼ ਦੇ, ਕਿਸੇ ਖਤਰੇ ਦੇ ਜਾਂ ਕਿਸੇ ਵੀ ਚੀਜ਼ ਦੇ ਨਾਲ ਰਹਿਣਾ ਸਿੱਖ ਜਾਂਦੇ ਹੋ। ਚਾਹੇ ਉਹ ਬਿਮਾਰੀ ਹੈ, ਚਾਹੇ ਉਹ ਕੋਈ ਵੀ ਚੀਜ਼ ਹੈ, ਇੱਕ ਨੋਰਮ ਬਣ ਜਾਂਦਾ ਹੈ। ਨਿਊ ਨਾਰਮਲ ਜਿਹਨੂੰ ਆਪਾਂ ਕਹਿਣ ਲੱਗ ਜਾਂਦੇ ਹਾਂ, ਉਹ ਚੀਜ਼ ਹੋਣ ਲੱਗ ਜਾਂਦੀ ਹੈ। ਹੁਣ ਜਿਵੇਂ ਮਾਸਕ ਹੈ, ਇਹ ਨਿਊ ਨਾਰਮਲ ਹੈ। ਆਪਾਂ ਕਿਤੇ ਜਾਈਏ, ਸੋਸ਼ਲ ਡਿਸਟੈਂਸਿੰਗ ਹੈ, ਦਿਸ ਇਜ਼ ਅ ਨਿਊ ਨਾਰਮਲ। ਕਿਸੇ ਜ਼ਮਾਨੇ ਜਦ ਆਪਾਂ ਇਹ ਗੱਲ ਕਿਹਾ ਕਰਦੇ ਸੀ ਕਿ ਤੁਸੀਂ ਸੋਸ਼ਲਾਈਜ਼ਿੰਗ ਕਰਨੀ ਚਾਹੀਦੀ ਆ, ਇਹ ਤੁਹਾਡੇ ਮੈਂਟਲ ਹੈਲਥ ਵਾਸਤੇ ਬਹੁਤ ਅੱਛੀ ਹੈ। ਅੱਜ ਆਪਾਂ ਉਸ ਗੱਲ ਨੂੰ ਉਲਟਾ ਕਹਿੰਦੇ ਆ ਕਿ ਨਹੀਂ, ਤੁਹਾਨੂੰ ਸੋਸ਼ਲ ਡਿਸਟੈਂਸਿੰਗ ਕਰਨੀ ਚਾਹੀਦੀ ਹੈ ਤੇ ਤੁਹਾਡੀ ਉਹ ਮੈਂਟਲ ਹੈਲਥ ਵਾਸਤੇ, ਮਤਲਬ ਮੈਂਟਲ ਔਰ ਦੋਨੇ ਹੈਲਥ ਵਾਸਤੇ ਤੁਹਾਡੀ ਜ਼ਿਆਦਾ ਬਿਹਤਰ ਹੈ। ਹਾਂਜੀ। ਪਹਿਲਾਂ ਬੱਚਿਆਂ ਨੂੰ ਕਹਿੰਦੇ ਹੁੰਦੇ ਸੀ ਆਪਣੇ ਟੀਨੇਜਰਸ ਨੂੰ, ਸਭ ਨੂੰ, ਵੀ ਤੁਸੀਂ ਘਰ ਬੈਠੇ ਰਹਿੰਦੇ ਹੋ ਸਾਰਾ, ਤੁਸੀਂ ਬਾਹਰ ਜਾਓ, ਘੁੰਮੋ ਫਿਰੋ, ਲੋਕਾਂ ਨੂੰ ਮਿਲੋ। ਤੇ ਅੱਜ ਆਪਾਂ ਕਹਿੰਦੇ ਵੀ ਕਿਸੇ ਨੂੰ ਮਿਲਣਾ ਨਹੀਂ। ਸੋ ਇਹ ਤੁਸੀਂ ਘਰ ਬਹਿਣਾ। ਸੋ ਇਹ ਮਤਲਬ ਜ਼ਿੰਦਗੀ ਇਹੋ ਜਿਹੇ ਪੜਾਅ 'ਤੇ ਸਾਨੂੰ ਲੈ ਆਈ ਹੈ, ਜ਼ਿੰਦਗੀ 'ਚ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਕਿ ਨਿਊ ਨਾਰਮਲਸ ਹੁੰਦੇ ਰਹਿੰਦੇ ਨੇ। ਲੇਕਿਨ ਸਾਨੂੰ ਇਸ ਮੌਕੇ 'ਤੇ ਵਰਲਡ ਵਾਈਡ ਜਿਹੜੀਆਂ ਹਜੇ ਵੀ ਜੋ ਡਾਟਾ ਆਉਂਦਾ ਕੋਵਿਡ ਦਾ, ਜਾਂ ਜੋ ਇਸ ਚੀਜ਼ ਬਾਰੇ ਖਬਰਾਂ ਹੈ ਨੇ, ਜਾਂ ਇਹ ਘਟ ਰਿਹਾ ਵੱਧ ਰਿਹਾ, ਪਰ ਜੇ ਅਸੀਂ ਇਹਨੂੰ ਖ਼ਤਮ ਕਰਨਾ ਤਾਂ ਸਾਨੂੰ ਇਸ ਚੀਜ਼ ਦਾ ਬੜਾ ਸੀਰੀਅਸਲੀ, ਅਸੀਂ ਹਰ ਪ੍ਰੋਗਰਾਮ ਵਿੱਚ ਇਹ ਗੱਲਾਂ ਕਰਦੇ ਰਹਿੰਦੇ ਹਾਂ ਕਿ ਬੜਾ ਸੀਰੀਅਸਲੀ ਲੈਣਾ ਚਾਹੀਦਾ ਹੈਗਾ। ਬਟ ਹੁਣ ਇਹਨੂੰ ਆਪਾਂ ਜੋ ਨੋਰਮ ਬਣੇ ਨੇ ਉਹਨੂੰ ਜੇ ਇੰਨਾ ਕਿ ਫੋਲੋ ਕਰ ਲਈਏ ਤਾਂ ਵੀ ਅਸੀਂ ਬਹੁਤ ਜਲਦੀ ਹੀ ਇਸ ਚੀਜ਼ ਨੂੰ ਜਿੱਤ ਨਾਲੇ ਜਿਵੇਂ ਕਿ ਜਿਹੜਾ ਘਰ ਦਾ ਮਾਲਕ ਹੈ ਉਹ ਕਹਿ ਰਿਹਾ ਵੀ ਮੈਨੂੰ ਇਹ ਹੋ ਗਿਆ ਵੀ ਜਿਹੜਾ ਬਰੈਂਪਟਨ ਵੀ ਆ ਉਹ ਵੀ ਤੀਸਰੇ ਸਟੇਜ ਵਿੱਚ ਪਹੁੰਚ ਚੁੱਕਾ ਹੈ ਤੇ ਹੁਣ 50 ਜਾਂ 50 ਤੋਂ ਉੱਪਰ ਬੰਦੇ ਅਸੀਂ ਇਕੱਠੇ ਕਰ ਸਕਦੇ ਹਾਂ। ਮੇਰੇ ਖਿਆਲ ਇੰਨੀ ਵੀ ਅਵੇਸਲਾ ਕੋਈ ਨਹੀਂ ਹੋਊਗਾ ਜਾਂ ਅਣਜਾਣ ਹੋਊਗਾ ਇਹਨਾਂ ਚੀਜ਼ਾਂ ਤੋਂ, ਖਾਸ ਕਰਕੇ ਇਸ ਸਮੇਂ ਦੇ ਵਿੱਚ ਵੀ ਉਹਨੂੰ ਪਤਾ ਹੀ ਨਹੀਂ ਗਿਆ ਵੀ ਹੁਣ ਅਸੀਂ ਫੇਜ਼ 2 ਦੇ ਵਿੱਚ ਜਾਂ ਫੇਜ਼ 3 ਦੇ ਵਿੱਚ। ਚਲੋ ਘਰ ਦੇ ਨੂੰ ਨਹੀਂ ਪਤਾ ਹੋਊਗਾ, ਜਿੰਨੇ ਜਿਹੜੇ ਕਹਿ ਰਹੇ ਨੇ ਵੀ 200 ਬੰਦਾ ਇਕੱਠਾ ਹੋਇਆ, ਉਹਨਾਂ 'ਚੋਂ ਕਿਸੇ ਨੂੰ ਵੀ ਨਹੀਂ ਸੀ ਪਤਾ ਵੀ ਮੈਨੂੰ ਵੀ ਹਜੇ ਜਿਹੜਾ ਬਰੈਂਪਟਨ ਹੈ ਦੂਸਰੇ ਸਟੇਜ 'ਚ ਹੀ ਹੈ। ਨਹੀਂ, ਇਹ ਤਾਂ ਸਿਮਰਤ ਜੀ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ। ਹੁਣ ਉਸ ਤੋਂ ਬਾਅਦ ਜੋ ਆਪਾਂ ਮਰਜ਼ੀ ਗੱਲ ਕਹੀ ਜਾਈਏ, ਉਹਨੂੰ ਆਪਣੇ ਆਪ ਨੂੰ, ਆਪਣੀ ਗੱਲ ਨੂੰ ਰੱਖਣ ਵਾਸਤੇ, ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਜੋ ਆਪਾਂ ਮਰਜ਼ੀ ਕਹਿ ਸਕਦੇ ਹਾਂ। ਬਟ ਹੁਣ ਜੇ 200-250 ਬੰਦਾ ਉੱਥੇ ਇਕੱਠਾ ਹੋਇਆ ਸੀ, ਜੇ ਉਹਨਾਂ 'ਚੋਂ 10 ਬੰਦੇ ਵੀ ਕਿਸੇ ਤਰੀਕੇ ਨਾਲ ਜਾਂ ਕੋਈ ਵੀ ਉੱਥੇ ਪੋਜ਼ੀਟਿਵ ਏਸਿਮਟੋਮੈਟਿਕ ਹੋਣਗੇ, ਬਹੁਤ ਲੋਕ, ਤੇ ਉਹ ਜੇ ਉੱਥੇ ਪਹੁੰਚ ਗਏ ਹੋਣਗੇ ਤਾਂ ਉਹਨਾਂ ਨੇ ਘੱਟੋ ਘੱਟ ਇੱਕ ਬੰਦੇ ਨੂੰ ਤਾਂ ਇਨਫੈਕਟ ਕੀਤਾ ਹੀ ਹੋਣਾ, 1-2 ਬੰਦਿਆਂ ਨੂੰ। ਸੋ ਦਿਸ ਇਜ਼ ਦ ਵੇ ਇਟਸ ਗੋਇੰਗ। ਤਾਂ ਹੀ ਉਹਨੂੰ ਕੰਟੇਜੀਅਸ ਕਹਿੰਦੇ ਨੇ ਨਾ, ਤਾਂ ਹੀ ਇਸ ਕਰਕੇ ਆਪਾਂ ਕਹਿੰਦੇ ਹਾਂ। ਸੋ ਹੁਣ ਤਾਂ ਇਹ ਆਪਾਂ ਨੂੰ ਸੀਰੀਅਸ ਗੱਲ ਕਹਿੰਦੇ ਹੋਈ ਵੀ ਬੜਾ ਲੱਗਦਾ ਕਿ ਬਾਰ-ਬਾਰ ਲੋਕਾਂ ਨੂੰ ਇਹ ਕਹੀਏ ਕਿ ਤੁਸੀਂ ਸੀਰੀਅਸ ਹੋਵੋ, ਸੀਰੀਅਸ। ਜਿੱਥੇ ਇੱਕ ਗੱਲ ਹੋ ਰਿਹਾ ਨਾ, ਹੁਣ ਜਿਸ ਸ਼ਹਿਰ ਦੇ ਵਿੱਚ ਆਪਾਂ ਰਹਿੰਦੇ ਹਾਂ, ਜਿਸ ਇਲਾਕੇ ਦੇ ਨਾਲ ਆਪਾਂ ਦੇ ਨਾਲ ਆਪਾਂ ਬਿਲੋਂਗ ਕਰਦੇ ਹਾਂ, ਕਈ ਵਾਰੀ ਇਹ ਹੋ ਜਾਂਦਾ ਤੁਹਾਡਾ ਉਸ ਜਗ੍ਹਾ ਦੇ ਨਾਲ ਕਾਫੀ ਲਗਾਅ ਹੁੰਦਾ। ਜਦੋਂ ਉੱਥੇ ਦੀ ਕੋਈ ਚੰਗੀ ਮਾੜੀ ਖਬਰ ਆਉਂਦੀ ਆ,
ਉਹ ਬਿਨਾਂ ਸ਼ੱਕ ਤੁਹਾਨੂੰ ਪ੍ਰਭਾਵਿਤ ਕਰਦੀ ਹੈ। ਹੁਣ ਜੇ ਕੋਵਿਡ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਕਿਹਾ ਜਾ ਰਿਹਾ ਵੀ ਜਿਹੜਾ ਬਰੈਂਪਟਨ ਹੈ ਉਹ ਕਾਫੀ ਹੌਟ ਸਪੌਟ ਹੈ ਅਜੇ ਵੀ, ਅਤੇ ਜਿੱਥੇ ਜਿਹੜੀ ਆ 200 ਬੰਦਿਆਂ ਦੀ ਪਾਰਟੀ ਉਹ ਉਸੇ ਰਾਤ ਇਹ ਵੀ ਕਿਹਾ ਜਾ ਰਿਹਾ ਵੀ ਬਰੈਂਪਟਨ ਦੇ ਵਿੱਚ ਹੋਰ ਕਈ ਜਗ੍ਹਾ ਪਾਰਟੀਆਂ ਚੱਲ ਰਹੀਆਂ ਸੀ, ਅਤੇ ਜਿੱਥੇ ਕਿ ਸਿਟੀ ਇਨਫੋਰਸਮੈਂਟ ਵੱਲੋਂ ਜਿਹੜੇ ਅਧਿਕਾਰੀ ਸੀ ਉਹ ਗਏ ਅਤੇ ਉੱਥੇ ਉਹਨਾਂ ਨੂੰ ਕਈ ਜਗ੍ਹਾ 'ਤੇ ਚਾਰਜ ਵੀ ਕੀਤਾ ਗਿਆ। ਸੋ ਇਹ ਇੰਨੀਆਂ ਘਟਨਾਵਾਂ ਸਿਰਫ ਬਰੈਂਪਟਨ 'ਚ ਕਿਉਂ ਹੋ ਰਹੀਆਂ ਨੇ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਨਹੀਂ ਸਮਝ ਜੀ, ਇਹ ਹੋ ਸਭ ਜਗ੍ਹਾ ਰਹੀਆਂ ਹੋਣਗੀਆਂ, ਲੇਕਿਨ ਉਹਦੀ ਤਾਦਾਦ ਇੱਥੇ ਜ਼ਿਆਦਾ ਹੋਏਗੀ। ਹਾਂ, ਦੂਸਰਿਆਂ ਨਾਲੋਂ ਹੈ ਤਾਂ ਜ਼ਿਆਦਾ ਨਾ ਜ਼ਿਆਦਾ। ਹਾਂ, ਔਰ ਦੂਸਰੀ ਗੱਲ ਇਹ ਹੈ ਕਿ ਹੁਣ ਉਹ ਲਾਈਮਲਾਈਟ 'ਚ ਚੀਜ਼ ਆ ਜਾਂਦੀ ਹੈ, ਫਿਰ ਉਹ ਛੋਟੀਆਂ ਮੋਟੀਆਂ ਜਿੰਨੀਆਂ ਪਾਰਟੀਆਂ ਸਾਰੀਆਂ ਲਾਈਮਲਾਈਟ ਵਿੱਚ ਆ ਜਾਣਗੀਆਂ, ਹੋਰ ਸਭ ਜਗ੍ਹਾ ਰਹੀਆਂ ਹੋਣਗੀਆਂ। ਮੈਂ ਨਹੀਂ ਮੰਨਦਾ ਕਿ ਸਿਰਫ ਬਰੈਂਪਟਨ ਦੇ ਲੋਕ ਹੀ ਮਤਲਬ ਪਾਰਟੀ ਜ਼ਿਆਦਾ ਕਰਦੇ ਨੇ ਜਾਂ ਬਾਕੀਆਂ ਘੱਟ ਕਰਦੇ ਨੇ। ਸਭ ਜਗ੍ਹਾ ਇੱਕੋ ਹੀ ਟ੍ਰੈਂਡ ਹੈ, ਸਭ ਇੱਕੋ ਤਰੀਕੇ ਨਾਲ ਕਰਦੇ ਨੇ, ਲੇਕਿਨ ਫਰਕ ਸਿਰਫ ਇਹ ਹੈ ਕਿ ਹੁਣ ਉਹ ਲਾਈਮਲਾਈਟ 'ਚ ਆ ਗਿਆ ਤਾਂ ਬਹੁਤ ਸਾਰੇ ਹੋਰ ਵੀ ਚੀਜ਼ਾਂ ਲਾਈਮਲਾਈਟ 'ਚ ਆ ਜਾਣਗੀਆਂ ਹੁਣ। ਔਰ ਕੁਛ ਜਦ ਕੋਈ ਵੱਡੀ ਘਟਨਾ ਹੁੰਦੀ ਹੈ, ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਚਲੋ 20-50 ਬੰਦੇ ਇਕੱਠੇ ਹੋ ਗਏ, 20 ਬੰਦੇ ਇਕੱਠੇ ਹੋ ਗਏ, 30 ਉਹ ਅਲੱਗ ਗੱਲ ਹੈ, ਪਰ ਜਿੱਥੇ 200-250 ਉਹ ਇੱਕ ਅਲੱਗ ਚੀਜ਼ ਹੈ ਬਿਲਕੁਲ, ਮਤਲਬ ਇੱਕ ਉਹਨੂੰ ਬਲੋ ਆਊਟ ਕਰਨ ਵਾਲੀ ਗੱਲ ਹੈ। ਸੋ ਉਹ ਚੀਜ਼ ਨਹੀਂ ਹੋਣੀ ਚਾਹੀਦੀ ਹੈ। ਮਤਲਬ ਵੀ ਸਾਰੇ ਕਾਨੂੰਨ ਛਿੱਕੇ ਟੰਗ ਕੇ ਬੰਦੇ ਨੂੰ ਇਹ ਹੋ ਨਹੀਂ ਸਕਦਾ ਵੀ ਉਹਨਾਂ ਨੂੰ ਨਾ ਪਤਾ ਹੋਊਗਾ ਵੀ ਉਹਦੇ ਬਾਵਜੂਦ, ਹਾਲਾਂਕਿ ਦੇਖੋ ਜਿਹੜੀਆਂ ਖਬਰਾਂ ਆਈਆਂ ਨੇ ਉਹਦੇ ਵਿੱਚ ਇਹ ਵੀ ਕਿਹਾ ਗਿਆ ਵੀ ਉਹਨਾਂ ਨੇ ਪਾਰਕਿੰਗ ਲਈ ਸਿਕਿਉਰਿਟੀ ਹਾਇਰ ਕੀਤੀ ਹੋਈ ਸੀ, ਉਸ ਤੋਂ ਬਾਅਦ ਜੋ ਘਰ ਦੀ ਫੈਂਸ ਸੀ ਉਹਨੂੰ ਵੀ ਇਸ ਤਰ੍ਹਾਂ ਕਵਰ ਕੀਤਾ ਵੀ ਕਿਤੇ ਇਹ ਨਾ ਆਲੇ ਦੁਆਲੇ ਲੋਕਾਂ ਨੂੰ ਪਤਾ ਲੱਗੇ ਵੀ ਇੱਥੇ ਪਾਰਟੀ ਚੱਲ ਰਹੀ ਹੈ। ਫਿਰ ਤਾਂ ਆਪਾਂ ਇਹ ਕਿੱਦਾਂ ਕਹਿ ਸਕਦੇ ਹਾਂ ਵੀ ਉਹ ਬੰਦਾ ਕਹਿ ਰਿਹਾ ਘਰ ਵਾਲਾ ਮਾਲਕ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਪਾਂ ਜੇ ਸਟੇਜ 2 ਦੇ ਵਿੱਚ ਹੀ ਹਾਂ ਅਤੇ ਆਪਾਂ 10 ਬੰਦਿਆਂ ਤੋਂ ਵੱਧ ਇਕੱਠੇ ਨਹੀਂ ਹੋ ਸਕਦੇ। ਸੋ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਵੀ ਕਿਤੇ ਨਾ ਕਿਤੇ ਸਾਡੀ ਜਿਹੜੀ ਕਮਿਊਨੀਕੇਸ਼ਨ ਹੈ ਸਰਕਾਰ ਵੱਲੋਂ ਬਾਈ ਲਾਜ਼ ਨੂੰ ਇਫੈਕਟਿਵਲੀ ਇੰਪਲੀਮੈਂਟ ਕਰਨ ਵਿੱਚ, ਉਹ ਸ਼ਾਇਦ ਹਜੇ ਥੋੜ੍ਹਾ ਜਿਹਾ ਮਤਲਬ ਕਿਤੇ ਕਮੀ ਮਹਿਸੂਸ ਹੋ ਸਕਦੀ ਹੈ ਮੈਨੂੰ ਜਾਂ ਸਭ ਨੂੰ, ਕਿਉਂਕਿ ਜੇ ਉਹ ਬਾਈ ਲਾਜ਼ ਨੂੰ ਵਾਕਈ ਸਹੀ ਤਰੀਕੇ ਨਾਲ ਕਰਨ, ਕਿਉਂਕਿ ਦੇਖੋ ਜੇ ਜਿੱਥੇ ਆਪਾਂ ਨੂੰ ਪਤਾ ਕਿ ਅਸੀਂ ਬਾਰ-ਬਾਰ ਕਹਿਣ ਦੇ ਵੀ ਨਹੀਂ ਇਨਫੋਰਸ ਹੋ ਰਿਹਾ ਹੈਗਾ, ਲੋਕ ਨਹੀਂ ਉਹਨੂੰ ਮੰਨ ਰਹੇ, ਤਾਂ ਆਪਾਂ ਉਹਨੂੰ ਥੋੜ੍ਹਾ ਸੀਰੀਅਸਲੀ ਸੀਵੀਅਰਲੀ ਉਹਨੂੰ ਪਨਿਸ਼ ਕੀਤਾ ਜਾਵੇ ਜਾਂ ਉਹਨੂੰ ਪਤਾ ਹੋਵੇ ਕਿ ਮੇਰੇ ਕੌਨਸੀਕੁਐਂਸਿਸ ਕਿੰਨੇ ਸੀਰੀਅਸ ਹੋਣਗੇ, ਤਾਂ ਉਹ ਫਿਰ ਨਹੀਂ ਕਰੇਗਾ। ਹੁਣ ਸੀਰੀਅਸਨੈਸ ਦੀ ਗੱਲ ਤੁਸੀਂ ਕਰ ਰਹੇ ਹੋ। ਹੁਣ ਇਸ ਇਸ਼ੂ ਤੋਂ ਬਾਅਦ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਦਾ ਵੀ ਇਹੀ ਬਿਆਨ ਆਇਆ ਵੀ ਅਸੀਂ ਵੱਧ ਤੋਂ ਵੱਧ ਜਿਹੜਾ ਇਹਦੇ 'ਤੇ ਐਕਸ਼ਨ ਲਵਾਂਗੇ ਤਾਂ ਹੋ ਸਕਦਾ ਵੀ $1,00,000 ਤੱਕ ਵੀ ਫਾਈਨ ਹੋ ਜਾਵੇ। ਅਤੇ ਦੂਸਰੇ ਪਾਸੇ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਸੀਰੀਅਸਨੈਸ ਲੋਕਾਂ ਦੇ ਵਿੱਚ ਨਹੀਂ ਗੀ ਜਾਂ ਜਿਹੜੇ ਬਾਇਲੋਜੀ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਸੀਰੀਅਸਨੈਸ ਨਹੀਂ ਗੀ, ਪਿਛਲੇ ਜੇ ਆਪਾਂ ਇੱਕ ਮਹੀਨੇ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਕੰਪਲੇਂਟਸ ਜਿਹੜੀਆਂ ਸਿਟੀ ਨੂੰ ਗਈਆਂ ਅਤੇ ਬਹੁਤ ਸਾਰੀਆਂ ਜਿਹੜੀਆਂ ਸਿਟੀ ਨੇ ਚਾਰਜਸ ਵੀ ਲਾਏ। ਮੇਰਾ ਖਿਆਲ ਇਹ ਨਹੀਂ ਗਾ ਵੀ ਸਿਟੀ ਕੁਛ ਵੇਸਲਾਪਣ ਦਿਖਾ ਰਹੀ ਹੈ ਜਾਂ ਅਣਜਾਣ ਇਹਨਾਂ ਚੀਜ਼ਾਂ ਤੋਂ। ਮੇਰਾ ਖਿਆਲ ਲੋਕਾਂ ਦੇ ਵਿੱਚ ਵੀ ਉਹ ਚੀਜ਼ ਨਹੀਂ ਦੇਖਣ ਨੂੰ ਮਿਲ ਰਹੀ ਵੀ ਸਾਡੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਸਿਟੀ ਵੱਲੋਂ ਸਾਨੂੰ ਕੰਡੀਸ਼ਨਾਂ ਜਾਂ ਪ੍ਰੋਵਿੰਸ ਵੱਲੋਂ ਲਾਈਆਂ ਗਈਆਂ ਉਹਨਾਂ ਦਾ ਅਸੀਂ ਪਾਲਣ ਕਰੀਏ। ਬਿਲਕੁਲ, ਉਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ, ਕਿਉਂਕਿ ਜੇ ਸਰਕਾਰ ਸਾਰੀ ਜਗ੍ਹਾ 'ਤੇ ਸਾਰੇ GTA ਦੇ ਵਿੱਚ, ਸਾਰੇ ਓਨਟਾਰੀਓ ਦੇ ਵਿੱਚ, ਓਨਟਾਰੀਓ ਸਰਕਾਰ ਹੈ ਜਿਹੜੀ ਉਹ ਇੰਪਲੀਮੈਂਟ ਕਰ ਰਹੀ ਹੈ, ਤਾਂ ਜਿਹੜੇ ਮੋਸਟਲੀ ਕੇਸਿਸ ਦੇਖਣ ਨਜ਼ਰ ਆ ਰਹੇ ਨੇ ਇਹੋ ਜਿਹੀਆਂ ਪਾਰਟੀਜ਼ ਦੇ, ਉਹ ਬਰੈਂਪਟਨ ਜਾਂ ਆਪਾਂ ਕਹਿ ਲਈਏ ਵੀ ਆਪਣੇ ਆਲੇ ਦੁਆਲੇ ਨੇ। ਸੋ ਕਿਤੇ ਨਾ ਕਿਤੇ ਤਾਂ ਅਸੀਂ ਉਸ ਚੀਜ਼ ਨੂੰ ਬੜਾ ਕੈਜੂਅਲ ਬਿਹੇਵੀਅਰ ਸਾਡਾ ਹੈ ਉਸ ਚੀਜ਼ ਦੇ ਪ੍ਰਤੀ ਲੈ ਰਹੇ ਹਾਂ ਉਸ ਚੀਜ਼ ਦੇ। ਸੋ ਇਹ ਮੈਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਅਪੀਲ ਕਰਨਾ ਚਾਹੁੰਦਾ ਕਿ ਵੀ ਆਰ ਆਲਮੋਸਟ ਦੇਅਰ। ਅਸੀਂ ਆਪਣਾ ਜਿਹੜਾ ਜੰਗ ਤਕਰੀਬਨ ਜਿੱਤ ਚੁੱਕੇ ਹਾਂ। ਮੈਂ ਜੋ ਡਾਟਾ ਦੇਖ ਰਿਹਾ ਕਿ ਕੈਨੇਡਾ ਦੇ ਜਿੰਨੇ ਕੋਵਿਡ ਦੇ ਕੇਸਿਸ ਨੇ ਔਰ ਕੰਪੇਅਰ ਟੂ ਬਾਕੀ ਦੁਨੀਆ ਦੇ ਕੋਵਿਡ ਦੇ ਕੇਸਿਸ ਵਿੱਚ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਹੈਂਡਲ ਕੀਤਾ, ਲੇਕਿਨ ਹੁਣ ਥੋੜ੍ਹਾ ਜਿਹਾ ਜਿੰਨਾ ਵਕਤ ਰਹਿ ਗਿਆ ਇਹਨੂੰ ਜੇ ਅਸੀਂ ਥੋੜ੍ਹਾ ਜਿਹਾ ਹੋਰ ਪੇਸ਼ੈਂਸ ਰੱਖ ਕੇ ਆਪਣੇ ਆਪ ਨੂੰ ਕੰਮ ਕਰਾਂਗੇ ਤਾਂ ਵੀ ਆਰ ਆਲਮੋਸਟ ਦੇਅਰ, ਵੀ ਵਿਲ ਵਿਨ ਇਟ। ਇਹੋ ਜਿਵੇਂ ਤੁਸੀਂ ਕਿਹਾ ਵੀ ਆਪਾਂ ਆਲਮੋਸਟ ਦੇਰ ਵੀ ਜੰਗ ਜਿੱਤ ਚੁੱਕੇ ਹਾਂ, ਵੀ ਇਹ ਨਾ ਹੋਵੇ ਵੀ ਜੰਗ ਜਿੱਤਣ ਦੀ ਖੁਸ਼ੀ ਦੇ ਵਿੱਚ ਆਪਾਂ ਖੁਸ਼ੀਆਂ ਮਨਾਉਣ ਲੱਗ ਪਈਏ ਤੇ ਹਥਿਆਰ ਸੱਟ ਕੇ ਬਹਿ ਜਾਈਏ ਤਾਂ ਮੁੜ ਕੇ ਦੁਸ਼ਮਣ ਦਾ ਦੁਬਾਰਾ ਹਮਲਾ ਹੋ ਜਾਵੇ। ਬਿਲਕੁਲ। ਸੋ ਸੈਕੰਡ ਜਿਹੜੀ ਵੇਵ ਹੈ ਉਹ ਨਾ ਆਵੇ ਜਾਂ ਥਰਡ ਨਾ ਆਵੇ, ਤਾਂ ਮੈਂ ਹੁਣ ਵੀ ਗੁਜ਼ਾਰਿਸ਼ ਕਰਾਂਗਾ ਕਿ ਵੀ ਆਰ ਆਲਮੋਸਟ ਦੇਅਰ। ਸੋ ਤੁਸੀਂ ਆਪਣਾ ਥੋੜ੍ਹਾ ਸੰਯਮ ਰੱਖੋ ਔਰ ਇਨ ਬਾਇਲਾਜ਼ ਨੂੰ ਫੋਲੋ ਕਰੋ, ਆਪਣੇ ਪਰਿਵਾਰ ਦੀ ਆਪਣੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਜਿਹੜੇ ਉਹਨਾਂ ਨਿਯਮ ਨੇ ਉਹਨਾਂ ਨੂੰ ਜੇ ਪਾਲਣ ਕਰਾਂਗੇ ਤਾਂ ਡੈਫੀਨੇਟਲੀ 2-3 ਮਹੀਨੇ ਦੇ ਵਿੱਚ ਹੀ ਮੈਨੂੰ ਲੱਗਦਾ ਆਉਣ ਵਾਲਿਆਂ ਵਿੱਚ ਅਸੀਂ ਇਹਨੂੰ ਬਿਲਕੁਲ ਸਹੀ ਤਰੀਕੇ ਨਾਲ ਕਵਰ ਅਪ ਕਰ ਸਕਦੇ ਹਾਂ। ਨਾਲੇ ਜੇ ਆਪਾਂ ਹਰਕੀਰਤ ਜੀ ਇੱਕ ਇਹ ਵੀ ਗੱਲ ਹੈ ਵੀ ਜੇ ਆਪਾਂ ਲੋਕਾਂ ਦੀ ਗੱਲ ਕਰੀਏ ਵੀ ਲੋਕ ਬੜੇ ਦੁਖੀ ਹੋ ਗਏ ਨੇ, ਅੰਦਰ ਬਹਿ ਕੇ ਅੱਕ ਚੁੱਕੇ ਨੇ। ਹੁਣ ਜਿਹੜੇ ਲੋਕ ਚਾਹੁੰਦੇ ਨੇ ਵੀ ਜੋ ਪਹਿਲੇ ਵਰਗੀ ਲਾਈਫ ਹੋਵੇ, ਪਹਿਲਾਂ ਜਿੱਦਾਂ ਪਾਰਟੀ ਗਰਮੀ ਦਾ ਟਾਈਮ ਹੈ, ਲੋਕ ਚਾਹੁੰਦੇ ਨੇ ਵੀ ਵੱਧ ਤੋਂ ਵੱਧ ਅਸੀਂ ਆਊਟਿੰਗ ਕਰੀਏ, ਪਾਰਟੀਆਂ ਕਰੀਏ,
ਪਰ ਦੂਸਰੇ ਪਾਸੇ ਇਹ ਵੀ ਗੱਲ ਹੈ ਵੀ ਜੋ ਤੁਹਾਡੇ ਤੇ ਜੋ ਕੰਡੀਸ਼ਨਾਂ ਲਾਈਆਂ ਗਈਆਂ, ਜੋ ਬਾਈਲਾਜ਼ ਦੇ ਵਿੱਚ ਚੇਂਜਸ ਕੀਤੀਆਂ ਗਈਆਂ ਨੇ, ਉਹ ਵੀ ਤਾਂ ਆਪਣੇ ਲੋਕਾਂ ਜਾਂ ਆਪਣੇ ਭਲੇ ਦੇ ਲਈ ਲਾਏ ਗਏ ਨੇ ਵੀ ਜੇ ਆਪਾਂ ਕੁਝ ਸਮਾਂ ਇਸ ਸਾਲ ਜੇ ਪਾਰਟੀ ਨਾ ਵੀ ਹੋਊਗੀ ਤੇ ਘੱਟੋ ਘੱਟ ਤੁਹਾਡੀ ਜਾਨ ਤਾਂ ਬਚੀ ਰਹੂਗੀ। ਬਿਲਕੁਲ ਬਿਲਕੁਲ ਉਹੀ ਆਪਾਂ ਗੱਲ ਕਹਿਣੀ ਚਾਹੁੰਦੇ ਹਾਂ। ਸੋ ਇਹਨੂੰ ਜੋ ਵੀ ਜਿੰਨੇ ਵੀ ਸੁਣ ਰਹੇ ਨੇ ਦਰਸ਼ਕ ਆਪਣਾ, ਉਹ ਸ਼ਾਇਦ ਆਪਣੀ ਗੱਲ ਸੁਣ ਕੇ ਜੇ ਇਹਨੂੰ ਥੋੜਾ ਇੰਪਲੀਮੈਂਟ ਅਮਲ ਕਰਨਗੇ ਤਾਂ ਬਹੁਤ ਇਹ ਆਪਣੇ ਵਾਸਤੇ, ਆਪਣੇ ਪਰਿਵਾਰ ਵਾਸਤੇ ਬਹੁਤ ਅੱਛੀ ਗੱਲ ਹੈ ਸਿਮਰਤ ਜੀ। ਬਿਲਕੁਲ ਜੀ, ਤੁਸੀਂ ਦੇਖ ਰਹੇ ਹੋ ਸਟਾਰਟਅਪ ਦੇ ਵਿੱਚ ਅੱਜ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਵੀ ਜੋ ਕਿ ਆਪਣੇ ਆਲੇ ਦੁਆਲੇ ਜੋ ਵਾਪਰ ਰਿਹਾ ਹੈ, ਜੋ ਸਰਕਾਰ ਵੱਲੋਂ ਬਾਈਲਾਜ਼ ਬਣਾਏ ਗਏ ਨੇ, ਕਿਵੇਂ ਲੋਕ ਉਹਨਾਂ ਦੀਆਂ ਧੱਜੀਆਂ ਉਡਾ ਰਹੇ ਨੇ, ਕਿਵੇਂ ਜਿਹੜੇ ਕਾਨੂੰਨ ਛਿੱਕੇ ਟਾਂਕੇ ਪਾਰਟੀਆਂ ਹੋ ਰਹੀਆਂ ਨੇ। ਹਾਲਾਂਕਿ ਜਿਹੜਾ ਬਰੈਂਪਟਨ ਹੈ ਜਾਂ ਪੀਲ ਏਰੀਆ ਅਜੇ ਵੀ ਫੇਜ਼ 2 ਦੇ ਵਿੱਚ ਹੈ, ਹੋ ਸਕਦਾ ਅਗਲੇ ਇੱਕ ਅੱਧੇ ਹਫ਼ਤੇ ਦੇ ਵਿੱਚ ਫੇਜ਼ 3 ਖੁੱਲ੍ਹ ਜਾਵੇ ਇਹਨਾਂ ਇਲਾਕਿਆਂ ਦੇ ਵਿੱਚ ਵੀ। ਪਰ ਹਾਲ ਦੀ ਘੜੀ ਜੋ ਸਰਕਾਰ ਵੱਲੋਂ ਜੋ ਕੰਡੀਸ਼ਨਸ ਨੇ, ਆਪਣਾ ਫਰਜ਼ ਬਣਦਾ ਵੀ ਉਹਨਾਂ ਦੀ ਆਪਾਂ ਵੱਧ ਤੋਂ ਵੱਧ ਜਿਹੜੀ ਪਾਲਣਾ ਕਰੀਏ, ਆਪਣੀ ਜ਼ਿੰਦਗੀ ਸੁਖਾਲੇ ਆਪਣਾ ਮਾਹੌਲ ਨੂੰ ਸਹੀ ਕਰਨ ਵਾਸਤੇ ਸਾਨੂੰ ਉਸ ਚੀਜ਼ ਦੀ ਸਭ ਦੀ ਪਾਲਣਾ ਕਰਨੀ ਚਾਹੀਦੀ ਹੈ। ਹਾਂਜੀ ਬਿਲਕੁਲ। ਅੱਜ ਦਾ ਜਿਹੜਾ ਇਹ ਵਿਸ਼ਾ ਕਿਵੇਂ ਲੱਗਾ ਤੁਹਾਨੂੰ? ਜਿਹੜੇ ਹਜੇ ਸਮਾਂ ਆਪਣਾ ਹਜੇ ਬਾਕੀ ਹੈ, ਸਟਾਰਟਅਪ ਦਾ ਅੱਧਾ ਸਮਾਂ ਹੋਇਆ, ਫਿਰ ਤੁਹਾਡੇ ਨਾਲ ਅਗਲੇ ਵੀ ਜਿਹੜਾ ਐਪੀਸੋਡ ਉਹਦੇ ਵਿੱਚ ਵੀ ਗੱਲਬਾਤ ਕਰਾਂਗੇ ਇੱਕ ਹੋਰ ਵਿਸ਼ੇ ਤੇ। ਪਰ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ, ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਸਟਾਰਟਅਪ ਦੇ ਵਿੱਚ। ਸਟਾਰਟਅਪ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਸਿਮਰਤ ਗਰੇਵਾਲ ਤੇ ਸਟੂਡੀਓ ਵਿੱਚ ਅੱਜ ਮੇਰੇ ਨਾਲ ਹਾਜ਼ਰ ਨੇ ਹਰਕੀਰਤ ਜੀ। ਹਰਕੀਰਤ ਜੀ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ, ਇੱਕ ਜਿਹੜੀ ਖਬਰ ਭਾਰਤ ਦੇ ਵਿੱਚ ਖਾਸ ਕਰਕੇ ਅਜੇ ਵੀ ਬਾਲੀਵੁੱਡ ਦੇ ਵਿੱਚ ਛਾਈ ਹੋਈ ਹੈ, ਸੁਸ਼ਾਂਤ ਸਿੰਘ ਦੀ। ਜਦੋਂ ਤੋਂ ਸੁਸ਼ਾਂਤ ਉਹਨਾਂ ਦੀ ਮੌਤ ਹੋਈ ਹੈ, ਜਿਹੜਾ ਮਸਲਾ ਠੰਡਾ ਹੋਣ ਦਾ ਨਾਂ ਨਹੀਂ ਲੈ ਰਿਹਾ। ਲਗਾਤਾਰ ਕੋਈ ਨਾ ਕੋਈ ਖਬਰ ਰੋਜ਼ ਆ ਰਹੀ ਹੈ ਤੇ ਹੁਣ ਫਿਰ ਜਿਹੜੀਆਂ ਨਵੀਆਂ ਇਹਦੇ ਵਿੱਚ ਜੋ ਹੋਈਆਂ ਨੇ, ਨਵੀਆਂ ਅਪਡੇਟਸ ਆਈਆਂ ਨੇ, ਉਹ ਇਹ ਆਈਆਂ ਨੇ ਕਿ ਜਿਹੜੇ ਸੁਸ਼ਾਂਤ ਦੇ ਪਿਤਾ ਜੀ ਨੇ, ਉਹਨਾਂ ਨੇ ਬਿਹਾਰ ਦੇ ਵਿੱਚ ਕੇਸ ਦਰਜ ਕਰਵਾਤਾ। ਜਿਹੜੀ ਸੁਸ਼ਾਂਤ ਦੀ ਗਰਲਫ੍ਰੈਂਡ ਸੀ ਰੀਆ ਚੱਕਰਵਰਤੀ, ਉਹਦੇ ਤੇ ਨਾਲ ਹੀ ਇਹ ਕਿਹਾ ਜਾ ਰਿਹਾ ਵੀ ਇਹਦੀ CBI ਜਾਂਚ ਵੀ ਕਰਵਾਈ ਜਾਵੇ। ਤੇ ਦੂਸਰੇ ਪਾਸੇ ਜਿਹੜੀ ਬਿਹਾਰ ਦੇ ਵਿੱਚ ਰਾਮ ਵਿਲਾਸ ਪਾਸਵਾਨ ਦੀ ਪਾਰਟੀ ਹੈ, ਉਹਨਾਂ ਦੇ ਬੇਟੇ ਚਿਰਾਗ ਪਾਸਵਾਨ, ਉਹਨਾਂ ਨੇ ਵੀ ਇਹ ਮੰਗ ਕੀਤੀ ਹੈ ਵੀ ਇਸ ਕੇਸ ਦੀ CBI ਜਾਂਚ ਹੋਣੀ ਚਾਹੀਦੀ ਹੈ। ਤੇ ਜਿਹੜੇ ਸੁਸ਼ਾਂਤ ਦੇ ਭਰਾ ਨੇ, ਉਹ ਕਹਿ ਰਹੇ ਨੇ ਵੀ ਜੋ ਪੁਲਿਸ ਕਰ ਰਹੀ ਹੈ ਉਹ ਸਿਰਫ ਲਿਪਾਪੋਚੀ ਕਰ ਰਹੀ ਹੈ, ਇਹਦੇ ਵਿੱਚੋਂ ਨਿਕਲਣ ਵਾਲੀ ਗੱਲ ਕੋਈ ਨਹੀਂ। ਕਿ ਜਿਹੜੇ ਅਸਲ ਲੋਕ ਹੈ, ਜਿਨ੍ਹਾਂ ਤੇ ਪੁਆਇੰਟ ਆਊਟ ਜਿਨ੍ਹਾਂ ਨੂੰ ਕੀਤਾ ਜਾ ਰਿਹਾ, ਵੀ ਉਹਨਾਂ ਤੋਂ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ। ਪਹਿਲਾਂ ਤਾਂ ਤੁਸੀਂ ਆਪਣੇ ਥੋੜ੍ਹੇ ਵਿਚਾਰ ਦਿਓ ਵੀ ਇਸ ਸਾਰੇ ਘਟਨਾਕ੍ਰਮ ਤੇ ਤੁਸੀਂ ਕੀ ਸਮਝਦੇ ਹੋ? ਸਿਮਰਤ ਜੀ, ਇਹ ਜਿਹੜੀ ਇਹ ਸਾਰੀ ਗੱਲ ਸ਼ੁਰੂ ਹੋਈ ਹੈ, ਮੈਨੂੰ ਨਹੀਂ ਦੇਖੋ, ਜੋ ਗੱਲਾਂ ਮੀਡੀਆ ਵਿੱਚ ਆ ਰਹੀਆਂ ਨੇ, ਜੋ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ ਜਾਂ TV 'ਤੇ ਡਿਸਕਸ਼ਨਸ ਹੋ ਰਹੀਆਂ ਨੇ, ਜਿਹੜੀ ਉਹਨਾਂ ਦਾ ਨੀਚੇ ਸੱਚ ਹੈ ਉਹ ਕਿਤੇ ਵੀ ਨੇੜੇ ਜਿਹੜੇ ਨਜ਼ਰ ਨਹੀਂ ਆ ਰਿਹਾ ਹੈ। ਠੀਕ ਹੈ ਨਾ। ਔਰ ਦੂਜੀ ਗੱਲ ਹੈ ਕਿ ਜਿਹੜੇ ਨਿਪੋਟਿਜ਼ਮ ਦੀ ਆਪਾਂ ਗੱਲ ਕਰਦੇ ਹਾਂ, ਜਾਂ ਆਪਾਂ ਗੱਲ ਖੈਰ ਆਪਾਂ ਨੂੰ ਤਾਂ ਜਾਂ ਹੋਰ ਕੋਈ ਆਮ ਇਨਸਾਨ ਦਾ ਨਿਪੋਟਿਜ਼ਮ ਦੇ ਨਾ ਉਹਨੂੰ ਵਰਡ ਦਾ ਮਤਲਬ ਪਤਾ ਹੈ ਉਸ ਚੀਜ਼ ਦਾ, ਨਾ ਹੀ ਉਹਦਾ ਕੋਈ ਲੈਣਾ ਦੇਣਾ ਉਸ ਚੀਜ਼ ਨਾਲ, ਕਿਉਂਕਿ ਇਹ ਇੱਕ ਵਰਡ ਕ੍ਰੀਏਟ ਕੀਤਾ ਗਿਆ ਸ਼ਾਇਦ ਕਿਸੇ ਟਾਕ ਸ਼ੋਅ 'ਤੇ ਗੱਲ ਇਹ ਕਹੀ ਗਈ ਸੀ ਕਿਸੇ ਐਕਟਰਸ ਤੋਂ, ਔਰ ਉਦੋਂ ਬਾਅਦ ਇਹ ਗੱਲਾਂ ਬਹੁਤ ਵਧਾ ਕੇ ਸੋ ਕੋਵਿਡ ਦਾ ਟਾਈਮ ਸੀ, ਲੋਕਾਂ ਔਨਲਾਈਨ ਸੀ ਸਾਰੇ, ਸੋ ਉਹਨਾਂ ਨੇ ਉਸ ਚੀਜ਼ ਨੂੰ ਔਨਲਾਈਨ ਹੀ ਉਸ ਚੀਜ਼ ਨੂੰ ਇਹ ਮਤਲਬ ਐਡਾ ਬੜਾ ਇਸਨੂੰ ਮਸਲਾ ਇਸ਼ੂ ਕਰ ਦਿੱਤਾ। ਵੱਡੀ ਗੱਲ ਬਣ ਗਿਆ। ਹਾਂਜੀ, ਬਹੁਤ ਵੱਡੀ ਗੱਲ ਬਣ ਗਈ ਹੈ। ਜਦ ਕਿ ਇਹਦਾ ਜਿਹੜਾ ਬੇਸ ਹੈ, ਜਿਹੜਾ ਇਹਦਾ ਰਿਐਲਿਟੀ ਹੈ, ਉਹ ਸ਼ਾਇਦ ਉਹ ਤੱਕ ਕੋਈ ਵੀ ਨਹੀਂ ਹਜੇ ਤੱਕ ਪਹੁੰਚਿਆ ਕਿ ਉਹਨਾਂ ਦੀ ਪਰਸਨਲ ਲਾਈਫ ਵਿੱਚ ਕੀ ਚੱਲ ਰਿਹਾ ਸੀ, ਕਿਉਂ ਉਹਨਾਂ ਨੇ ਕੀਤਾ। ਔਰ ਹਰ ਬੰਦੇ ਦੀ ਉਹ 6 ਮਹੀਨੇ ਤੋਂ ਪਹਿਲਾਂ ਤੋਂ ਹੀ ਆਪਣੇ ਉਹਦਾ ਸੈਕਟਰਿਸਟ ਦਾ ਉਹ ਇਲਾਜ ਚੱਲ ਰਿਹਾ ਸੀ, ਉਹ ਦਵਾਈਆਂ ਖਾ ਰਹੇ ਸੀ, ਕੀ ਉਹਨਾਂ ਦੀਆਂ ਪਰਸਨਲ ਲਾਈਫ ਗੱਲਾਂ ਸੀ, ਉਹ ਇੱਕ ਬਹੁਤ ਅਲੱਗ ਗੱਲ ਹੋਣੀ ਚਾਹੀਦੀ ਹੈ। ਇੱਕ ਗੱਲ ਹੋਰ ਹੈ ਹਰਕੀਰਤ ਜੀ, ਇਸ ਘਟਨਾ ਤੋਂ ਬਾਅਦ, ਸੁਸ਼ਾਂਤ ਦੀ ਮੌਤ ਤੋਂ ਬਾਅਦ ਜਿਹੜਾ ਬਾਲੀਵੁੱਡ ਵੀ ਹੈ ਨਾ, ਉਹ ਇਸ ਤਰ੍ਹਾਂ ਲੱਗ ਰਿਹਾ ਵੀ ਦੋ ਧੜਿਆਂ ਵਿੱਚ ਵੰਡ ਹੋ ਗਿਆ। ਕੁਝ ਜਿਹੜੇ ਲੋਕ ਨੇ ਉਹ ਸੁਸ਼ਾਂਤ ਦੇ ਹੱਕ ਦੇ ਵਿੱਚ ਖੜੇ ਨੇ ਵੀ ਹਾਂਜੀ ਹਾਂ, ਉਹਨਾਂ ਦੇ ਨਾਲ ਵਾਕਈ ਜਿਹੜਾ ਉਹਨਾਂ ਦੀ ਭਾਵੇਂ ਕਿ ਹੁਣ ਤੱਕ ਤਾਂ ਇਹੀ ਕਿਹਾ ਜਾ ਰਿਹਾ ਵੀ ਉਹਨਾਂ ਨੇ ਖੁਦਕੁਸ਼ੀ ਕੀਤੀ ਹੈ, ਪਰ ਉਹ ਕਿਹਾ ਇਹ ਵੀ ਜਾ ਰਿਹਾ ਵੀ ਜੋ ਉਹਨਾਂ ਦੇ ਹੱਕ 'ਚ ਨੇ ਵੀ ਉਹਨਾਂ ਦੀ ਹੱਤਿਆ ਕੀਤੀ ਹੈ। ਦੂਸਰੇ ਪਾਸੇ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਵੀ ਇਹਦੇ ਵਿੱਚ ਬਾਲੀਵੁੱਡ 'ਚ ਨੇਪੋਟਿਜ਼ਮ ਹੈ ਹੀ ਨਹੀਂ, ਭਾਈ ਭਤੀਜਾਵਾਦ ਹੈ ਹੀ ਨਹੀਂਗਾ, ਹਰੇਕ ਨੂੰ ਫੇਅਰ ਚਾਂਸ ਦਿੱਤਾ ਜਾਂਦਾ। ਨਹੀਂ ਦੇਖੋ, ਮੈਂ ਸਮਝੀ ਤੁਹਾਨੂੰ ਗੱਲ ਦੱਸਦਾ, ਇੰਡੀਆ ਦੇ ਵਿੱਚ ਇਹ ਨੇਪੋਟਿਜ਼ਮ ਦੀ ਗੱਲ ਕਰਨਾ ਇੱਕ ਵੈਸੇ ਹਾਸੋਹੀਣੀ ਗੱਲ ਹੈ। ਠੀਕ ਹੈ ਨਾ, ਹਰੇਕ ਜਗ੍ਹਾ ਹੈ ਹੀ ਜੀ। ਹਾਂਜੀ, ਮਤਲਬ ਅੱਜ ਤੁਸੀਂ ਦੇਖੋ ਪਿਛਲੇ 50 ਸਾਲ ਵਿੱਚ ਕਿ ਜਿਹੜਾ ਨੇਤਾ, ਉਹਦਾ ਬੇਟਾ ਨੇਤਾ ਬਣਦਾ ਆ ਰਿਹਾ, ਉਹਦਾ ਪੋਤਾ ਵੀ ਨੇਤਾ ਬਣਦਾ ਆ ਰਿਹਾ, ਉਹਦਾ ਪੋਤਾ ਛੱਡੋ, ਉਹਦੇ ਭਾਈ ਭਾਣਜੇ ਭਤੀਜੇ ਉਹ ਸਾਰੇ ਹੀ ਉਸ ਨੇਤਾ ਬਣਦੇ ਆ ਰਹੇ ਨੇ।
ਠੀਕ ਹੈ ਨਾ, ਤੁਸੀਂ ਦੂਰ ਕਿਉਂ ਜਾਣਾ? ਤੁਸੀਂ ਬਾਦਲ ਪਰਿਵਾਰ ਜਾਂ ਹੋਰ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਜਾਂ ਸੈਂਟਰ ਦੀ ਜਿਹੜੀ ਪੋਲਿਟਿਕਸ ਹੈ ਉੱਥੇ ਦੇਖ ਲਓ ਜਾ ਕੇ। ਪੰਜਾਬ ਦੀਆਂ ਦੋਨੇ ਪਾਰਟੀਆਂ ਦੇਖ ਲਓ ਜੀ, ਆਪਣੇ ਦੋਨੇ ਕੀ ਤਿੰਨੇ ਹੀ ਦੇਖ ਲਓ। ਆਪਣੇ ਅਕਾਲੀ ਦਲ ਹੁਣ ਸਾਰਾ ਇੱਕ ਤਰ੍ਹਾਂ ਦਾ ਉਹਦੇ ਵਿੱਚ ਪਰਿਵਾਰਵਾਦ ਹੈ, ਤੇ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਆਪਣੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਪਤਨੀ ਬੀਬੀ ਪ੍ਰਨੀਤ ਕੌਰ, ਤੇ ਕਿਸੇ ਟਾਈਮ ਸੀ ਉਹ ਆਪਣੇ ਬੇਟੇ ਨੂੰ ਵੀ ਲਿਆਉਣਾ ਚਾਹੁੰਦੇ ਸੀ। ਉਹ ਗੱਲ ਵੱਖਰੀ ਹੈ ਕਿ ਉਹਨਾਂ ਦਾ ਇੰਨਾ ਨਹੀਂ ਸੀ ਉਹਦੇ ਵਿੱਚ ਰੁਝਾਨ। ਬਿਲਕੁਲ ਜੀ। ਤੇ ਦੂਸਰੇ ਪਾਸੇ ਜਦੋਂ ਮਨਪ੍ਰੀਤ ਬਾਦਲ ਨੇ ਪਾਰਟੀ ਬਣਾਈ ਹੈ ਤੇ ਉਹਨਾਂ ਦਾ ਵੀ ਇਹੀ ਸੀਗਾ ਵੀ ਕਿਤੇ ਨਾ ਕਿਤੇ ਆਪਣਾ ਮੈਂ ਪਰਿਵਾਰ ਮੂਹਰੇ ਲਿਆਵਾਂ। ਸੀ ਤੁਸੀਂ ਇਹ ਤਾਂ ਬਹੁਤ ਦੂਰ ਦੀਆਂ ਗੱਲਾਂ। ਪਿਛਲੇ 50 ਸਾਲ ਦੇ ਵਿੱਚ ਤੁਸੀਂ ਨਿਗਾਹ ਮਾਰ ਲਓ, 50 ਜਾਂ 60 ਸਾਲ ਜਦੋਂ ਭਾਰਤ ਆਜ਼ਾਦ ਹੋਇਆ, ਜਿਹੜੇ 4 ਪਰਿਵਾਰ ਨੇ ਉਹੀ ਰਾਜ ਕਰ ਰਹੇ ਨੇ। ਗਾਂਧੀ ਪਰਿਵਾਰ, ਗਾਂਧੀ ਨਾਨਾ, ਉਦੋਂ ਬਾਅਦ ਉਹਨਾਂ ਦੀ ਬੇਟੀ, ਫਿਰ ਉਹਨਾਂ ਦਾ ਬੇਟਾ, ਫਿਰ ਅੱਗੇ ਸਾਰੇ। ਸੋ ਇਹ ਗੱਲਾਂ ਬੜੀਆਂ, ਮੈਂ ਕਈ ਵਾਰ ਆਪਣੇ ਆਪ 'ਤੇ ਸੋਚ ਕੇ ਹੁੰਦਾ ਨਾ ਕਿ ਵੀ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਨੇ। ਜਿੱਥੇ ਇੱਕ ਡਾਕਟਰ ਦਾ ਬੇਟਾ ਉਹ ਕਹਿੰਦਾ ਜੀ ਮੇਰਾ ਤਾਂ ਹੱਕ ਬਣਦਾ ਇੱਕ ਡਾਕਟਰ ਅੱਗੇ ਬਣਨ ਦਾ, ਸਾਰਾ ਕੁਝ ਬਣਨ ਦਾ। ਔਰ ਦੂਸਰੀ ਗੱਲ ਇਹ ਹੈ ਕਿ ਪਿਛਲੇ 20 ਸਾਲ ਵਿੱਚ ਤੁਸੀਂ ਇੰਡਸਟਰੀ 'ਚ ਨਿਗਾਹ ਮਾਰ ਕੇ ਦੇਖ ਲਓ, 1-2 ਪਰਿਵਾਰ ਹੈ ਨਾ ਜਿੱਥੇ ਇਹ ਜੇ ਕੋਈ ਜਿਸ ਉੱਥੇ ਪੈਦਾ ਹੋਇਆ ਤਾਂ ਉਹਨੂੰ ਹੱਕ ਬਣਦਾ ਕਿ ਆਪਣੇ ਬੇਟੇ ਨੂੰ ਜਾਂ ਬੱਚੇ ਨੂੰ ਕੋਈ ਲਾਂਚ ਕਰੇ ਜਾਂ ਕੁਝ ਗੱਲ ਕਰੇ। ਬਿਲਕੁਲ, ਜੇ ਬੱਚੇ ਦੇ ਵਿੱਚ ਪ੍ਰਤਿਭਾ ਹੈ, ਜੇ ਬੱਚੇ ਦੇ ਵਿੱਚ ਟੈਲੈਂਟ ਹੈ ਤਾਂ ਕਿਉਂ ਨਹੀਂ ਹੈ। ਔਰ ਜੇ ਨਹੀਂ ਹੈ ਤਾਂ ਉਹ ਆਪਣੇ ਖਤਮ ਹੋ ਜਾਏਗਾ, ਫੇਡ ਆਊਟ ਹੋ ਜਾਏਗਾ। ਔਰ ਕਿੰਨੇ ਬੱਚੇ ਨੇ ਜਿਹੜੇ ਸਟਾਰ ਕਿਡ ਨੇ, ਜਿਉਂ ਹੀ ਆਏ ਇੱਕ ਅੱਧੀ ਉਹਨੇ ਫਿਲਮ ਕੀਤੀ, ਫਿਰ ਉਹ ਫੇਡ ਆਊਟ ਹੋ ਗਏ, ਕਿਸੇ ਨੇ ਐਕਸੈਪਟ ਨਹੀਂ ਕੀਤਾ ਉਹਨਾਂ ਨੇ। ਦੇਖੋ ਉਹਦੇ ਵਿੱਚ ਇੱਕ ਉਦਾਹਰਨ ਲੈ ਲਓ ਜੀ, ਮਨੋਜ ਕੁਮਾਰ ਦਾ ਬੇਟਾ ਸੀ, ਉਹ ਦੇਵਾਨੰਦ ਦਾ ਬੇਟਾ, ਮਨੋਜ ਕੁਮਾਰ ਦਾ, ਰਜਿੰਦਰ ਕੁਮਾਰ ਦਾ ਬੇਟਾ। ਦੇਖੋ ਕੋਈ ਵੀ ਨਹੀਂ ਪਹੁੰਚਿਆ ਹੈਗਾ, ਬਟ ਉਹਨਾਂ ਨੂੰ ਠੀਕ ਹੈ, ਉਹ ਤਾਂ ਹੱਕ ਬਣਦਾ ਉਹਨਾਂ ਦਾ। ਔਰ ਦੂਸਰੀ ਗੱਲ ਇਹ ਹੈ ਕਿ ਬਾਹਰ ਜਿੰਨੇ ਬੰਦੇ ਬਾਹਰੋਂ ਆਏ ਨੇ ਸਾਰੇ, ਇਹ ਜਿੰਨੇ ਵੀ ਨਵੇਂ ਸਟਾਰਸ ਆਏ ਨੇ, ਨਵੇਂ ਹਰ ਰੋਜ਼ ਆ ਰਹੇ ਨੇ ਔਰ ਨਵੇਂ ਲਾਂਚ ਕਰ ਰਹੇ ਨੇ, ਸਭ ਉਹ ਬਾਹਰੋਂ ਲਾਂਚ ਕਰ ਰਹੇ ਨੇ। ਹਮੇਸ਼ਾ ਹੀ ਹੁੰਦਾ, ਤਾਂ ਹੀ ਤਾਂ ਕਾਸਟਿੰਗ ਡਾਇਰੈਕਟਰ ਰੱਖੇ ਗਏ ਨੇ ਕਿ ਉਹਨੂੰ ਕਾਸਟਿੰਗ ਦੇਖੋ। ਫੇਵਰਟਿਜ਼ਮ ਇਜ਼ ਇੰਡੀਆ ਦੇ ਵਿੱਚ, ਇਹ ਫੇਵਰਟਿਜ਼ਮ ਗੱਲ ਕਰਨੀ ਤਾਂ ਉਹਦਾ ਇਜ਼ ਦੇਅਰ। ਮੇਰਾ ਫੇਵਰਟਿਜ਼ਮ ਇਕੱਲਾ ਜੇ ਇੰਡੀਆ 'ਚ ਨਹੀਂ, ਉਹ ਹਰੇਕ ਜਗ੍ਹਾ ਤੇ ਦੇਖਣ ਨੂੰ ਮਿਲਦਾ। ਇੰਡੀਆ 'ਚ ਸਭ ਤੋਂ ਜ਼ਿਆਦਾ ਫੇਵਰਟਿਜ਼ਮ, ਔਰ ਹਰ ਇੰਡਸਟਰੀ ਦੇ ਵਿੱਚ, ਹਰ ਇੱਕ ਚੀਜ਼ ਦੇ ਵਿੱਚ ਹੈ ਉਹ। ਤੁਸੀਂ ਪੋਲਿਟਿਕਸ ਵਿੱਚ ਲੈ ਲਓ, ਤੁਸੀਂ ਹੋਰ ਛੱਡੋ ਤੁਸੀਂ ਗੱਲ, ਤੁਸੀਂ ਕਿਸੇ ਸਰਕਾਰੀ ਨੌਕਰੀਆਂ 'ਚ ਲੈ ਲਓ। ਸਰਕਾਰੀ ਨੌਕਰੀਆਂ 'ਚ ਜੇ ਕਿਸ ਦਾ ਫਾਦਰ IAS ਹੈ ਤਾਂ ਉਹਦਾ ਬੇਟਾ ਕਿਤੇ ਨਾ ਕਿਤੇ IAS ਹੋਊਗਾ, ਜਾਂ ਪੁਲਿਸ ਵਿੱਚ ਕਿਤੇ ਹੋਰ ਹੋਊਗਾ, ਕਿਤੇ ਨਾ ਕਿਤੇ ਉਹਨੇ ਪਹਾੜ ਭਤੀਜਾ ਸਾਰਾ ਕੁਝ ਦੇਵਾ। ਤਾਂ ਮੇਨ ਉੱਥੇ ਦਾ ਜਿਹੜਾ ਹੈ ਮੁੱਦਾ, ਤੁਸੀਂ ਉਹ 'ਤੇ ਕੋਈ ਗੱਲ ਹੀ ਨਹੀਂ ਕਰਦੇ। ਤੁਸੀਂ ਉਹਦੇ 'ਤੇ ਕਦੇ ਨਹੀਂ ਅੱਜ ਤੱਕ ਕਿਹਾ ਹੈਗਾ ਜੀ ਨਹੀਂ। ਜੇ ਰਾਹੁਲ ਗਾਂਧੀ ਨੂੰ ਤੁਸੀਂ ਅੱਜ ਵੀ ਜਿਹੜਾ ਹੈ ਉਹ ਪਾਰਟੀ ਦਾ ਲੀਡਰ ਬਣਾਇਆ ਹੋਇਆ ਹੈ, ਜਦ ਕਿ ਉਹਦੀ ਹਿਸਟਰੀ ਜਾਂ ਉਹਦੀ ਕੀ ਪ੍ਰਤਿਭਾ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਹੈਗੀ ਉਸ ਚੀਜ਼ ਬਾਰੇ ਕੁਝ ਵੀ ਹੈ। ਅੱਛਾ, ਇੱਥੇ ਇੱਕ ਗੱਲ ਹਰਕੀਰਤ ਜੀ, ਜਦੋਂ ਦਾ ਸੁਸ਼ਾਂਤ ਦੀ ਮੌਤ ਤੋਂ ਬਾਅਦ ਜਿਹੜਾ ਇਹ ਮਸਲਾ ਜਿੰਨੀ ਤੂਲ ਫੜੀ ਇਸ ਮਸਲੇ ਨੇ, ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਬਾਲੀਵੁੱਡ ਦੇ ਵਿੱਚ ਆਤਮ ਹੱਤਿਆਵਾਂ ਹੋਈਆਂ ਨੇ, ਤੇ ਤੁਹਾਨੂੰ ਕੀ ਲੱਗਦਾ ਵੀ ਕੀ ਕੋਵਿਡ ਦਾ ਵੀ ਇਹਦੇ ਤੇ ਕੋਈ ਅਸਰ ਆ? ਵੀ ਲੋਕ ਘਰੇ ਬੈਠੇ ਸੀਗੇ, ਮੈਂ ਇਸ ਚੀਜ਼ ਨੂੰ ਜ਼ਿਆਦਾ ਲੈ ਲਿਆ। ਬਿਲਕੁਲ, ਦੇਖੋ ਜੀ ਤੁਸੀਂ ਦੇਖਿਓ ਜਿਵੇਂ ਹੀ ਕੋਵਿਡ ਦਾ ਅਸਰ ਖਤਮ ਹੁੰਦਾ ਹੈਗਾ, ਇੰਡਸਟਰੀ ਫਿਰ ਦੁਬਾਰਾ ਇਹਨੂੰ ਚੱਲਣਾ ਸ਼ੁਰੂ ਕਰ ਦਿੰਦੀ ਹੈ, ਸ਼ੂਟਿੰਗ ਸ਼ੁਰੂ ਹੋ ਜਾਣਗੀਆਂ। ਲੋਕਾਂ ਦਾ ਜਿਹੜਾ ਯਾਦਾਸ਼ਤ ਹੈ ਨਾ ਸਿਮਰਤ ਜੀ, ਇਹ ਬਹੁਤ ਫੀਬਲ ਹੈ, ਬਹੁਤ ਛੋਟੀ ਹੈ। ਇਹ ਜਦ ਵੀ ਕੋਈ ਨਵਾਂ ਮਸਲਾ ਆਉਂਦਾ, ਪੁਰਾਣੇ ਨੂੰ ਭੁੱਲ ਕੇ ਉੱਧਰ ਪੈ ਜਾਂਦੇ ਨੇ। ਅੱਜ ਵੀ ਤੁਸੀਂ ਦੇਖੋ, ਜਦ ਨਿਰਭਇਆ ਕੇਸ ਹੋਇਆ, ਉਦੋਂ ਬਾਅਦ ਲੋਕਾਂ ਨੇ 5-10 ਦਿਨ 15-20 ਦਿਨ ਮੁਜ਼ਾਹਰਾ ਕੀਤਾ, ਉਦੋਂ ਬਾਅਦ ਫਿਰ ਦੁਬਾਰਾ ਇੰਨੇ ਹਰ ਚੀਜ਼ ਦੁਬਾਰਾ ਹੋ ਰਹੀ ਹੈ, ਕ੍ਰਾਈਮ ਹੋ ਰਿਹਾ, ਸਾਰਾ ਕੁਛ। ਨੋਬਡੀ ਬਾਦਰਸ। ਉਹ ਮੇਨ ਮਸਲੇ ਨੂੰ ਨਹੀਂ, ਉਹ ਹੱਲ ਨਹੀਂ ਲੱਭ ਰਹੇ ਹੈਗੇ ਉਸ ਚੀਜ਼ ਦਾ। ਜੇ ਉਹਨੇ ਸਭ ਤੋਂ ਪਹਿਲਾਂ ਨੇਪੋਟਿਜ਼ਮ ਨੂੰ ਖਤਮ ਕਰਨਾ ਹੈ, ਸਭ ਤੋਂ ਪਹਿਲਾਂ ਭਾਈਵਾਦ ਭਤੀਜਾਵਾਦ ਨੂੰ ਖਤਮ ਕਰਨਾ, ਪਰਿਵਾਰਵਾਦ ਨੂੰ ਖਤਮ ਕਰਨਾ, ਤਾਂ ਮੇਰੇ ਹਿਸਾਬ ਨਾਲ ਪਹਿਲਾਂ ਪੋਲਿਟਿਕਸ ਵਿੱਚ ਖਤਮ ਕਰਨਾ ਚਾਹੀਦਾ ਹੈ। ਹਾਂ, ਤੁਸੀਂ ਦੇਖ ਲਓ ਜੀ, ਪੋਲਿਟਿਕਸ ਦੀ ਗੱਲ ਕੀਤੀ ਹੈ, ਹੁਣ ਕਾਂਗਰਸ ਦੇ ਵਿੱਚ ਇਹ ਦਾਬੀਵਾਦ ਦੇ ਵਿੱਚ ਇਹ ਗੱਲਾਂ ਆਮ ਹੀ ਉੱਥੇ ਉੱਠ ਰਹੀਆਂ ਨੇ ਵੀ ਜੇ ਰਾਹੁਲ ਗਾਂਧੀ ਕੈਪੇਬਲ ਨਹੀਂਗਾ ਪ੍ਰਧਾਨ ਮੰਤਰੀ ਜਾਂ ਉਸ ਅਹੁਦੇ ਤੇ ਪਹੁੰਚਣ ਲਈ, ਕਿਉਂ ਨਾ ਜਿਹੜਾ ਕਾਂਗਰਸ ਦੇ ਵਿੱਚ ਹੋਰ ਇੰਨਾ ਟੈਲੈਂਟ ਬੈਠਾ ਉਹਨੂੰ ਮੂਹਰੇ ਲਿਆਂਦਾ ਜਾਵੇ, ਪਰ ਨਹੀਂ ਲਿਆਂਦਾ ਜਾ ਰਿਹਾ। ਦੇਖੋ ਜੀ 20 ਸਾਲ ਹੋ ਗਏ ਨੇ ਇਸ ਚੀਜ਼ ਨੂੰ, ਚਾਹੇ ਉਹ ਰੇਸ਼ ਪਾਇਲਟ ਹੈ ਉਹਦਾ ਬੇਟਾ, ਚਾਹੇ ਉਹ ਸਿੰਧੀਆ ਉਹਨਾਂ ਦਾ ਪਰਿਵਾਰਵਾਦ ਹੈ। ਉਹਨਾਂ ਦੇ ਪਰਿਵਾਰ 'ਚ ਦੇਖੋ ਉਹਨਾਂ ਦਾ ਜੋ ਫਾਦਰ ਸਾਹਿਬ ਸੀ ਉਹ ਕਿਸੇ ਹੋਰ ਪਾਰਟੀ ਸੀ, ਉਹਦਾ ਬੇਟਾ ਕਿਸੇ ਹੋਰ ਪਾਰਟੀ ਵਿੱਚ ਸੀ, ਉਹਨਾਂ ਦੀ ਮਾਤਾ ਕਿਸੇ ਹੋਰ ਪਾਰਟੀ ਵਿੱਚ ਸੀ, ਤਾਂ ਉਹਨਾਂ ਨੇ ਇਹਨਾਂ 'ਤੇ ਕਬਜ਼ਾ ਕਰ ਰੱਖਿਆ ਸੀ ਵੀ ਕਿਤੇ ਨਾ ਕਿਤੇ ਦਾ ਸਾਡਾ ਕੋਈ ਚੀਜ਼ ਚੱਲਦੀ ਰਹੇ। ਇਸ ਤਰ੍ਹਾਂ ਹੀ ਚਾਹੇ ਉਹ ਲਾਲੂ ਯਾਦਵ ਨੇ, ਉਹਨਾਂ ਦੇ ਜਿੰਨੇ ਵੀ ਨੇ। ਸੋ ਨਿਪੋਟਿਜ਼ਮ ਦੀ ਗੱਲ ਕਰਨੀ ਨਾ, ਇਹ ਇੱਕ ਆਪਣੇ ਆਪ 'ਤੇ ਹੱਸਣਾ ਜਾਂ ਆਪਣੇ ਆਪ ਨੂੰ ਮਜ਼ਾਕ ਉਡਾਉਣ ਵਾਲੀ ਗੱਲ ਹੈ। ਸੋ ਪਹਿਲਾਂ ਜਿਹਦੇ ਸਭ ਡਾਇਰੈਕਟਲੀ ਜਿਹੜਾ ਇੰਪੈਕਟ ਕਰਦਾ ਹੈ, ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦੀ ਮੌਤ ਦਾ ਮੈਨੂੰ ਦੁੱਖ ਨਹੀਂ ਹੈ। ਠੀਕ ਹੈ, ਸੁਸ਼ਾਂਤ ਉਹਨਾਂ ਦੀ ਮੌਤ ਦਾ ਸਭ ਨੂੰ ਦੁੱਖ ਹੋਣਾ ਚਾਹੀਦਾ, ਦੁੱਖ ਹੋਣਾ ਚਾਹੀਦਾ। ਲੇਕਿਨ ਜੇ ਉਹਨੂੰ ਤੁਸੀਂ ਐਜ਼ ਅ ਪੋਲੀਟੀਕਲਾਈਜ਼ ਕਰਨਾ ਜਾਂ ਉਹਨੂੰ ਐਜ਼ ਅ ਮਤਲਬ ਕਿ ਕਹਿਣਾ ਕਿ ਜੋ ਬਾਲੀਵੁੱਡ ਹੈ ਉਹ ਬੜੇ ਡਿਫਰੈਂਟ ਤਰੀਕੇ ਨਾਲ ਕੰਮ ਕਰਦਾ,
ਹਰ ਜਗ੍ਹਾ ਤੇ ਇੱਕ ਕੈਂਪ ਬੰਦ ਹੁੰਦਾ। ਕੁਝ ਲੋਕ ਤੁਹਾਨੂੰ ਪਸੰਦ ਹੁੰਦੇ ਨੇ, ਕੁਝ ਲੋਕ ਤੁਹਾਨੂੰ ਨਹੀਂ ਪਸੰਦ ਹੁੰਦੇ। ਹਰ ਇੱਕ ਬੰਦਾ ਇਹ ਕਹਿੰਦਾ ਕਿ ਮੇਰਾ ਪਰਿਵਾਰ, ਮੇਰਾ ਬੇਟਾ ਅੱਗੇ ਜਾਵੇ। ਸੋ ਉਹਦੇ 'ਚ ਉਹ ਜਿਹੜਾ ਟੈਲੈਂਟ ਹੋਊਗਾ ਉਹ ਅੱਗੇ ਆ ਜਾਊਗਾ, ਜਿਹੜਾ ਨਹੀਂ ਹੋਏਗਾ ਉਹ ਫੇਡ ਆਊਟ ਹੋ ਜਾਏਗਾ। ਬਿਲਕੁਲ। ਸੋ ਇਹ ਗੱਲ ਕਰਨੀ ਕਿ ਇਹ ਗੱਲ, ਔਰ ਦੂਸਰੀ ਗੱਲ ਹੈ ਕਿ ਇਹ ਆਮ ਲੋਕਾਂ 'ਤੇ ਇਹਦਾ ਕੀ ਅਸਰ ਹੈ, ਉਹ ਬਿਲਕੁਲ ਵੀ ਨਹੀਂ ਹੈ। ਉਹ ਵਿੱਚ ਐਵੇਂ ਹੀ ਸਿਰਫ ਟਾਈਮ ਪਾਸ ਕਰਨ ਵਾਸਤੇ ਇਹ ਚੀਜ਼ ਲੱਗੇ ਹੋਏ ਨੇ, ਜਿੱਥੇ ਉਹਨਾਂ ਦਾ ਡਾਇਰੈਕਟ ਜਿਹੜੀ ਜ਼ਿੰਦਗੀ 'ਚ ਇਫੈਕਟ ਕਰਦਾ ਉਹ ਉਹਨਾਂ ਨੂੰ ਉਹਦਾ ਕੋਈ ਅਸਰ ਨਹੀਂ ਪੈ ਰਿਹਾ ਹੈਗਾ ਉਸ ਚੀਜ਼ ਦਾ। ਨਾਲੇ ਇਹ ਵੀ ਹੈ ਨਾ, ਜਿਵੇਂ ਹੁਣ ਮੈਂ ਤੁਹਾਨੂੰ ਕਿਹਾ ਵੀ ਕੋਵਿਡ ਦਾ ਵੀ ਇੱਥੇ ਤੇ ਕਾਫੀ ਵੱਡਾ ਅਸਰ ਹੋ ਸਕਦਾ। ਲੋਕ ਇਹ ਵੀ ਆ ਵੀ ਇਸ ਵਿਹਲੇ ਟਾਈਮ ਤੇ ਕੋਈ ਨਾ ਕੋਈ ਖਬਰ ਲੱਭਦੇ ਨੇ ਵੀ ਕਿਹਦੇ ਤੇ ਸਵਾਦ ਲਿਆ ਜਾਵੇ ਤਾਂ ਕਿਹਨੂੰ ਕਿਸ ਖਬਰ ਨੂੰ ਆਪਾਂ ਲੰਮਾ ਖਿੱਚ ਸਕਦੇ ਆ। ਸੋ ਜਿਹੜੀ ਸੁਸ਼ਾਂਤ ਦੀ ਮੌਤ ਹੈ, ਖਾਸ ਕਰਕੇ ਕਿਉਂਕਿ ਬਾਲੀਵੁੱਡ ਦੇ ਨਾਲ ਜੁੜੀ ਹੋਈ ਸੀ, ਤੇ ਜਿਹੜੇ ਲੋਕ ਇਹਨਾਂ ਜਿਹੜੇ ਸਿਤਾਰੇ ਨੇ ਉਹਨਾਂ ਨੂੰ ਆਪਣਾ ਕਈ ਵਾਰੀ ਆਈਡਲ ਵੀ ਸਮਝ ਲੈਂਦੇ ਨੇ। ਸੋ ਇਸ ਚੀਜ਼ ਨੂੰ ਵੀ ਮੇਰੇ ਖਿਆਲ ਕਾਫੀ ਇਹ ਵੀ ਚੀਜ਼ ਕਾਫੀ ਇਹਦੇ 'ਚ ਮਾਇਨੇ ਰੱਖਦੀ ਹੈ। ਦੇਖੋ ਜੀ, ਉਹ ਕਹਿੰਦੇ ਨੇ ਜੇ ਤੁਹਾਡੇ 3 ਚੀਜ਼ਾਂ 'ਚ ਤੁਸੀਂ ਇੰਟਰਸਟ ਨਹੀਂ ਰੱਖਦੇ ਹੈਗੇ, ਤੁਸੀਂ ਆਪਣੇ ਨੂੰ ਇੰਡੀਅਨ ਕਹਾਉਣ ਦੇ ਕਾਬਿਲ ਨਹੀਂ ਹੈ। ਸਭ ਤੋਂ ਪਹਿਲਾਂ ਜੀ ਪੋਲਿਟਿਕਸ, ਦੂਸਰਾ ਕ੍ਰਿਕਟ, ਔਰ ਤੀਸਰਾ ਬਾਲੀਵੁੱਡ। ਠੀਕ ਹੈ। ਸੋ ਇਹਦੇ ਵਿੱਚ ਤੁਹਾਡੇ ਆਪਣੀ ਜਿਹੜੀ ਲਾਈਫ ਵਿੱਚ ਭਾਵੇਂ ਵਾਪਰ ਰਿਹਾ ਉਹਦਾ ਕੋਈ ਪਰਵਾਹ ਨਾ ਹੋਵੇ। ਜੇ ਇਹਨਾਂ ਚੀਜ਼ਾਂ 'ਚ ਤੁਸੀਂ ਡਿਸਕਸ ਨਹੀਂ ਕਰਦੇ ਹੈਗੇ ਤਾਂ ਤੁਸੀਂ ਟਰੂ ਇੰਡੀਅਨ ਨਹੀਂ ਹੈ। ਜਦ ਕਿ ਮੇਰੇ ਹਿਸਾਬ ਨਾਲ ਜ਼ਿੰਦਗੀ 'ਚ ਜੇ ਤੁਸੀਂ ਆਪਣੀ ਪਰਸਨਲ ਚੀਜ਼ਾਂ ਆਪਣੇ ਆਲੇ ਦੁਆਲੇ ਨਾਲ ਜ਼ਿਆਦਾ ਜੁੜ ਕੇ ਉਹਨਾਂ ਨੂੰ ਜ਼ਿਆਦਾ ਉਸ ਮੁੱਦਿਆਂ ਨੂੰ ਜਿਹੜੇ ਹੈ ਨੇ, ਜਿਹੜੇ ਤੁਹਾਡੇ ਡਾਇਰੈਕਟਲੀ ਤੁਹਾਨੂੰ ਤੁਹਾਡੀ ਲਾਈਫ ਨੂੰ, ਤੁਹਾਡੇ ਇਕਨੋਮੀ ਨੂੰ, ਤੁਹਾਡੇ ਸੋਸ਼ਲ ਸਟੇਟਸ ਨੂੰ, ਹਰ ਚੀਜ਼ ਨੂੰ ਇਫੈਕਟ ਕਰਦੇ ਨੇ, ਜੇ ਤੁਸੀਂ ਉਹਨਾਂ ਨਾਲ ਜ਼ਿਆਦਾ ਡਿਸਕਸ ਕਰੋਗੇ ਉਹ ਜ਼ਿਆਦਾ ਬਿਹਤਰ ਹੋਊਗਾ, ਬਸ਼ਰਤੇ ਕਿ ਤੁਸੀਂ ਉਹ ਚੀਜ਼ਾਂ ਬਾਰੇ ਡਿਸਕਸ ਕਰੋ ਜਿਹਨਾਂ ਤੁਹਾਡੇ ਕੋਲ ਲੈਣਾ ਦੇਣਾ ਨਹੀਂ ਹੈ। ਠੀਕ ਹੈ ਨਾ। ਸੋ ਇਹ ਨਿਪੋਟਿਜ਼ਮ ਦੀ ਗੱਲ ਕਰਨਾ, ਉਹ ਇੱਕ ਤੁਸੀਂ ਇੱਕ ਚੀਜ਼ ਧਿਆਨ ਨਾਲ ਦੇਖਣਾ ਕਿ ਜਦ ਇਹ ਚੀਜ਼ ਸਾਰੀ ਫੇਡ ਆਊਟ ਹੋ ਜਾਏਗੀ ਨਾ, ਸਾਰਿਆਂ ਨੇ ਫਿਰ ਉਸ ਤਰ੍ਹਾਂ ਹੀ ਕੰਮ ਕਰਨਾ, ਫਿਰ ਗੁੱਜਰ ਉੱਦਾਂ ਹੀ ਮਿਲਣਾ, ਸਾਰਾ ਕੁਝ ਉੱਦਾਂ ਹੀ ਹੋਣਾ ਹੈਗਾ। ਸਿਰਫ ਲੋਕਾਂ ਦਾ ਜਿਹੜਾ ਟਾਈਮ ਜਿਹੜਾ ਨਿਕਲਣਾ, ਉਸ ਤੋਂ ਬਾਅਦ ਸਭ ਕੁਝ ਨਾਰਮਲ ਹੋ ਜਾਣਾ ਹੈ। ਸੋ ਇਟ ਇਜ਼ ਅੱਜ ਮੈਂ ਤੁਹਾਨੂੰ ਗੱਲ ਕਹਿ ਰਿਹਾ, ਤੁਸੀਂ ਤੋਂ 4 ਮਹੀਨੇ 5 ਮਹੀਨੇ ਬਾਅਦ ਦੇਖਿਓ, ਇਟ ਵਿਲ ਬੀ ਦ ਸੇਮ ਐਜ਼ ਬਿਫੋਰ। ਪਰ ਜਿਹੜਾ ਕਿ ਹਾਲ ਦੀ ਘੜੀ ਜੋ ਘਟਨਾਕ੍ਰਮ ਚੱਲ ਰਿਹਾ ਹੈ, ਜਿਹੜੇ ਸੁਸ਼ਾਂਤ ਦਾ ਪਰਿਵਾਰ ਹੈ ਉਹਨੇ ਸਿੱਧੇ ਤੌਰ ਤੇ ਜਿਹੜੇ ਰੀਆ ਚੱਕਰਵਰਤੀ ਤੇ ਦੋਸ਼ ਲਾਏ ਨੇ, ਉਹਨਾਂ ਦੇ ਪਰਿਵਾਰ ਤੇ ਦੋਸ਼ ਲਾਏ ਨੇ ਵੀ ਜਿਹੜਾ ਉਹਨਾਂ ਦਾ ਪਰਿਵਾਰ ਤੇ ਰੀਆ ਚੱਕਰਵਰਤੀ ਹੈ ਉਹਨਾਂ ਨੇ ਸੁਸ਼ਾਂਤ ਨੂੰ ਇੱਕ ਤਰ੍ਹਾਂ ਦਾ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਸੀ। ਉਹਨਾਂ ਦਾ ਫੋਨ ਵੀ ਉਹਨਾਂ ਦੇ ਕੋਲ ਸੀ, ਜੋ ਉਹਨਾਂ ਦੀ ਅਪਾਇੰਟਮੈਂਟਸ ਵਗੈਰਾ ਉਹ ਵੀ ਸਾਰਾ ਉਹਨਾਂ ਦਾ ਪਰਿਵਾਰ ਜਾਂ ਰੀਆ ਹੀ ਹੈਂਡਲ ਕਰਦੀ ਸੀ। ਸੋ ਹਾਲ ਦੀ ਘੜੀ ਜਿਹੜਾ ਇਹ ਮਸਲਾ ਪੂਰਾ ਭਖਿਆ ਹੋਇਆ ਹੈ, ਜਿਵੇਂ ਕਿ ਹਰਕੀਰਤ ਹੋਣੀ ਕਹਿ ਰਹੇ ਨੇ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਫੇਡ ਆਊਟ ਹੋ ਜਾਵੇ। ਇਹ ਸਮੇਂ ਦੇ ਗਰਭ ਦੇ ਵਿੱਚ ਹੈ ਜੇ ਕਿ ਕਿਸ ਪਾਸੇ ਇਹ ਜਿਹੜਾ ਸਾਰਾ ਇਸ਼ੂ ਕਰਵਟ ਲੈਂਦਾ, ਕਿਉਂਕਿ CBI ਦੀ ਜਾਂਚ ਵੀ ਕਾਫੀ ਵੱਡੇ ਪੱਧਰ ਤੇ ਹੋ ਰਹੀ ਹੈ। ਮੇਰੇ ਖਿਆਲ ਜੇ CBI ਦੀ ਜਾਂਚ ਸ਼ੁਰੂ ਹੋ ਗਈ ਫਿਰ ਤਾਂ ਕਿਸੇ ਨਾ ਕਿਸੇ ਪਾਸੇ ਗੱਲ ਲੱਗੂ। ਬਿਲਕੁਲ, ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜਦ ਉਹਨਾਂ ਦੀ ਰੀਅਲ ਜ਼ਿੰਦਗੀ ਨੂੰ ਮਤਲਬ ਕਿ ਫਰੋਲਿਆ ਜਾਏਗਾ, ਦੇਖਿਆ ਜਾਏਗਾ ਕਿ ਉਹਦਾ ਕੀ ਵਜ੍ਹਾ ਹੋਏਗੀ, ਸ਼ਾਇਦ ਬਹੁਤ ਕੁਝ ਹੋਰ ਆਪਾਂ ਨੂੰ ਪਤਾ ਲੱਗੇਗਾ, ਜੋ ਉਹਨਾਂ ਦੀ ਪਰਸਨਲ ਪ੍ਰੋਬਲਮਸ ਕੀ ਨੇ, ਜਾਂ ਕੌਣ ਉਹਨਾਂ ਨੂੰ ਡਾਇਰੈਕਟਲੀ ਉਹਨਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੋ ਸਕਦਾ ਹੈ। ਠੀਕ ਹੈ ਨਾ। ਸੋ ਇਟ ਇਜ਼ ਵੇਟ ਐਂਡ ਵਾਚ ਵਾਲੀ ਗੱਲ ਹੈ ਇਹ। ਔਰ ਬਾਕੀ ਬਾਲੀਵੁੱਡ ਦੀ ਗੱਲ ਹੈ, ਉਹ ਆਈ ਥਿੰਕ ਮੈਂ ਉਹ ਇੰਨੀ ਇੰਪੋਰਟੈਂਟ ਨਹੀਂ ਸਮਝਦਾ ਹੈਗਾ, ਮੈਨੂੰ ਗੌਸਪ ਤੋਂ ਇਲਾਵਾ ਜੋ ਕਿਸੇ ਜੀ ਗੱਲ ਕੀਤੀ ਜਾ ਸਕਦੀ ਹੋਵੇ। ਹਰਕਿਰਤ ਜੀ, ਅੱਜ ਦੇ ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤੀ ਵੱਲ ਜਾਣ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਬਸ ਮੈਂ ਇਹ ਕਹਿਣਾ ਚਾਹੁੰਦਾ ਕਿ ਪਹਿਲਾਂ ਤਾਂ ਜਿਹੜਾ ਕੋਵਿਡ ਦਾ ਜੋ ਟਾਈਮ ਹੈ, ਇਹ ਦੁਬਾਰਾ ਮੈਂ ਉਹੀ ਗੱਲ ਕਰ ਰਿਹਾ ਕਿ ਭਾਵੇਂ ਇੰਡੀਆ ਵਿੱਚੋਂ ਭਾਵੇਂ ਤੁਸੀਂ ਇੱਥੇ ਹੋ, ਜਿੰਨੇ ਵੀ ਗਵਰਨਮੈਂਟ ਦੇ ਲਾਜ਼ ਨੇ, ਬਾਈ ਲਾਜ਼ ਨੇ, ਉਹਨਾਂ ਨੂੰ ਫੋਲੋ ਕਰੋ। ਔਰ ਜ਼ਿੰਦਗੀ 'ਚ ਉਹ ਚੀਜ਼ ਜਿਹੜੀ ਡਾਇਰੈਕਟਲੀ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਜਾਂ ਆਉਣ ਵਾਲੀ ਜਨਰੇਸ਼ਨਸ ਨੂੰ ਇਫੈਕਟ ਕਰੀ ਆ, ਉਹਦੇ 'ਤੇ ਆਪਾਂ ਜਦ ਵਿਚਾਰ ਕਰੀਏ ਜਾਂ ਉਹਦੇ 'ਤੇ ਬੈਠ ਕੇ ਆਪਣੇ ਆਪ ਨੂੰ ਆਪਣੀ ਲਾਈਫ 'ਚ ਉਹ ਚੀਜ਼ ਨੂੰ ਇੰਪਲੀਮੈਂਟ ਕਰੀਏ ਤਾਂ ਉਹ ਜ਼ਿਆਦਾ ਬਿਹਤਰ ਹੋਊਗਾ, ਬਸ਼ਰਤੇ ਕਿ ਆਪਾਂ ਗੌਸਿਪ ਜਾਂ ਚੀਜ਼ਾਂ 'ਤੇ ਆਪਣਾ ਟਾਈਮ ਵੇਸਟ ਕਰੀਏ। ਸੋ ਬਾਕੀ ਜਿਹੜਾ ਹਰ ਚੀਜ਼ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਸੁਸ਼ਾਂਤ ਦੇ ਕੇਸ ਵਿੱਚ ਵੀ ਜੇ ਕੋਈ ਉਹਨਾਂ ਨੂੰ ਜੇ ਕੋਈ ਕਲਪਿਟ ਹੈ ਜਾਂ ਜਿਸ ਚੀਜ਼ ਕੋਈ ਵਜ੍ਹਾ ਹੈ ਤਾਂ CBI ਜਾਂਚ ਕਰਕੇ ਉਹਨੂੰ ਜ਼ਰੂਰ ਅੱਗੇ ਲੈ ਕੇ ਆਉਣਾ ਚਾਹੀਦਾ ਹੈ। ਬਿਲਕੁਲ ਜੀ, ਅੱਜ ਦਾ ਜਿਹੜਾ ਪ੍ਰੋਗਰਾਮ ਹੈ ਤਕਰੀਬਨ ਸਮਾਪਤੀ ਵੱਲ ਹੈ। ਮੈਨੂੰ ਦਿਓ ਇਜਾਜ਼ਤ, ਅਗਲੇ ਹਫਤੇ ਫਿਰ ਤੁਹਾਡੇ ਲਈ ਇੱਕ ਨਵਾਂ ਸਟਾਰਟਅਪ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਆਪਣੇ ਵਿਚਾਰ ਸਾਨੂੰ ਹੇਠ ਦਿੱਤੇ ਨੰਬਰਾਂ ਤੇ ਤਾਂ ਈਮੇਲ ਤੇ ਵੀ ਦੇ ਸਕਦੇ ਹੋ। ਤੁਸੀਂ ਦੇਖਦੇ ਰਹੋ ਪੰਜਾਬ ਸਟਾਰ TV।